ਸਤਿ ਸ਼੍ਰੀ ਅਕਾਲ, ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਕਈ ਵਾਰ ਇਸ ਮੰਚ ਤੋਂ ਇਹ ਗੱਲ ਕਹੀ ਹੈ, ਸ਼ਾਇਦ ਤੁਸੀਂ ਜਿਨ੍ਹਾਂ ਨੇ ਜ਼ਿਆਦਾ ਵਾਰ ਸੁਣ ਲਈ ਅੱਕ ਵੀ ਹੋ ਗਏ ਹੋਣੇ ਇਸ ਚੀਜ਼ ਤੋਂ। ਮੈਂ ਇੱਥੋਂ ਸ਼ੁਰੂਆਤ ਕਰਨੀ ਚਾਹੂੰਗਾ ਅੱਜ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ 30 ਸਾਲ 35 ਸਾਲ ਪਿੱਛੇ ਜਿੰਨੇ ਮਰਜ਼ੀ ਚਲੇ ਜਾਓ, ਜਦੋਂ ਭਾਰਤ ਦੇ ਲੋਕ ਸ਼ਾਇਦ ਸਾਡਾ ਜਨਮ ਵੀ ਨਹੀਂ ਹੋਇਆ ਸੀ ਉਹਨਾਂ ਦਿਨਾਂ 'ਚ ਪੜ੍ਹ ਕੇ ਵਾਪਸ ਆ ਗਏ ਸੀ, ਤਾਂ ਇੱਕ ਕਹਾਵਤ ਸੀ, ਇੱਕ ਅਖਾਣ ਬੋਲਦੇ ਸੀ ਜਾਂ ਇੱਕ ਕਹਾਵਤ ਸੀ, ਇੱਕ ਗੱਲ ਮਸ਼ਹੂਰ ਸੀ ਕਿ ਭਾਰਤ ਦੇ ਲੋਕ ਵਿਦੇਸ਼ ਪੜ੍ਹਨ ਜਾਂਦੇ ਨੇ। ਮੈਂ 2005 ਤੋਂ ਬਾਅਦ 6-7 ਜਿਉਂ-ਜਿਉਂ ਟੱਪਦਾ ਹੈ 22 ਦੇ ਵਿੱਚ ਆ ਕੇ ਆਪਣੇ ਆਪ ਇੱਕ ਗੱਲ ਸਮਝੀ ਅਤੇ ਉਹ ਤੁਹਾਡੇ ਨਾਲ ਸਾਂਝੀ ਕੀਤੀ ਕਿ ਪਹਿਲਾਂ ਸੀ ਕਿ ਭਾਰਤ ਦੇ ਲੋਕ ਵਿਦੇਸ਼ ਪੜ੍ਹਨ ਜਾਂਦੇ ਨੇ, ਹੁਣ ਬਿਲਕੁਲ ਉਲਟ ਹੋ ਗਿਆ ਕਿ ਵਿਦੇਸ਼ ਜਾਣ ਲਈ ਭਾਰਤ ਦੇ ਲੋਕ ਪੜ੍ਹਦੇ ਨੇ, ਵਿਦੇਸ਼ ਜਾਣ ਲਈ ਪੜ੍ਹਦੇ ਨੇ, ਮਤਲਬ ਪੜ੍ਹਨ ਲਈ ਵਿਦੇਸ਼ ਨਹੀਂ ਜਾਂਦੇ ਹੁਣ ਸਾਡਾ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਸੰਜੀਦਗੀ ਦੀ, ਗੱਲ ਕਰਦੇ ਹਾਂ ਡਿਗਰੀ ਦੀ, ਗੱਲ ਕਰਦੇ ਹਾਂ ਚੰਗੇ ਕੋਰਸ ਦੀ, ਤਾਂ ਜਦੋਂ ਤੁਸੀਂ ਰਹਿਣਾ ਹੀ ਉੱਥੇ ਹੈ, ਪੜ੍ਹ ਕੇ ਉੱਥੇ ਰਹਿਣਾ, ਉੱਥੇ ਹੀ ਸੈਟਲ ਹੋਣਾ ਹੈ, ਤਾਂ ਫਿਰ ਦਿਹਾੜੀਆਂ ਕਿਉਂ, ਡੇਲੀ ਵੇਜਸ 'ਤੇ ਕਿਉਂ, ਚੰਗੀ ਨੌਕਰੀ ਕਿਉਂ ਨਹੀਂ, ਚੰਗਾ ਕੋਰਸ ਕਿਉਂ ਨਹੀਂ। ਇਹ ਸ਼ੁਰੂਆਤ ਉਦੋਂ ਹੋ ਸਕਦੀ ਹੈ, ਬਹੁਤ ਵਾਰੀ ਤੁਸੀਂ ਵੀ ਸੁਣਿਆ ਹੋਣਾ ਕਿ ਘਰ ਦੀ ਨੀਂਹ ਪੱਕੀ ਹੋਣੀ ਚਾਹੀਦੀ ਹੈ ਜੀ, ਮਜ਼ਬੂਤ ਹੋਣੀ ਚਾਹੀਦੀ ਹੈ ਜੀ। ਸੋ ਜ਼ਿੰਦਗੀ ਦਾ ਜਿਹੜਾ ਟਰਨਿੰਗ ਪੁਆਇੰਟ ਹੈ, ਦਿੱਲੀ ਇੰਦਰਾ ਗਾਂਧੀ ਏਅਰਪੋਰਟ ਤੋਂ ਜਦੋਂ ਚੜ੍ਹਦੇ ਹੋ ਅਤੇ ਉੱਥੇ ਕਿਸੇ ਵੀ ਦੇਸ਼ 'ਚ ਉਤਰਦੇ ਹੋ, ਉਹ ਜਿਹੜਾ ਵਕਵਾ ਹੈ 8 ਘੰਟਿਆਂ ਦਾ ਜਾਂ 16 ਘੰਟਿਆਂ ਦਾ, ਬੜਾ ਚਿੰਤਨ ਮੰਥਨ ਕਰਦੇ ਹੋ ਤੁਸੀਂ ਵੀ ਜਾ ਕੇ, ਆਹ ਕਰਾਂਗੇ ਉਹ ਕਰਾਂਗੇ। ਜਿਹੜਾ ਚਿੰਤਨ ਮੰਥਨ ਕਰਨ ਵਾਲਾ ਉਹ ਕਦੇ ਨਹੀਂ ਸੀ ਕਰਦੇ ਕਿ ਜੀ ਆਹ ਕੋਰਸ ਦੇ ਉੱਪਰ ਮੇਰਾ ਆਊਟਕਮ ਕੀ ਹੋਣਾ ਹੈ, ਜਿਹੜਾ ਮੇਰਾ ਕੰਸਲਟੈਂਟ ਹੈ ਉਹ CICC ਹੈਗਾ, ਮੈਂ ਤਾਂ ਹੋਰ ਸੇਵਾਵਾਂ ਕੀ ਲੈਣੀਆਂ, ਮੈਂ ਆਪਣਾ ਚੰਗਾ ਜੀਵਨ ਕਿਵੇਂ ਨਿਰਵਾਹ ਕਰਨਾ, ਇੱਧਰ ਵੱਲ ਸਾਡਾ ਧਿਆਨ ਨਹੀਂ ਹੈ। ਮੈਂ ਕਈ ਵਾਰ ਕਿਹਾ ਕਿ ਉੱਥੇ ਜਾ ਕੇ ਜੈਲ ਲਾ ਕੇ, ਨੱਤੀਆਂ ਪਾ ਕੇ, ਚੰਗੇ ਕੱਪੜੇ ਪਾ ਕੇ, ਚੰਗੀ ਕਾਰ 'ਚ ਘੁੰਮਣਾ ਸੈਟਲਮੈਂਟ ਨਹੀਂ, ਇਹ ਜੀਵਨ ਦਾ ਇੱਕ ਛੋਟਾ ਜਿਹਾ ਹਿੱਸਾ ਹੈ, ਬਦਲਾਅ ਹੋ ਗਿਆ ਤੁਹਾਡਾ, ਤੁਸੀਂ ਆਪਣਾ ਲਾਈਫ ਸਟਾਈਲ ਚੇਂਜ ਕੀਤਾ, ਸੈਟਲਮੈਂਟ ਨਹੀਂ ਇਹਨੂੰ ਜਿਹੜੀਆਂ ਅਸੀਂ ਫੋਟੋਆਂ ਪਾ ਦਿੰਦੇ ਹਾਂ। ਸੋ ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਬੜੀ ਹੈਲਦੀ ਗੱਲ ਕਰਨ ਜਾ ਰਹੇ ਹਾਂ ਕਿ ਯਾਰ ਕਾਮਯਾਬ ਕਿਵੇਂ ਹੋਈ ਹੈ। ਕਾਮਯਾਬੀ ਦੇ ਬੜੇ ਰਸਤੇ ਨੇ, ਬਹੁਤ ਵਿਦਿਆਰਥੀ ਸਕਸੈਸ ਹੋ ਸਕਦਾ ਹੈ, ਉਹ ਇਹ ਵੀ ਵਰਡ ਦੁਬਾਰਾ ਚੇਂਜ ਕਰ ਸਕਦਾ ਕਿ ਭਾਰਤ ਦੇ ਲੋਕ ਵਿਦੇਸ਼ ਵਾਕਈ ਪੜ੍ਹਨ ਜਾਂਦੇ ਨੇ। ਇੱਥੋਂ ਸ਼ੁਰੂਆਤ ਕਰਾਂਗੇ। ਮੇਰੇ ਨਾਲ CICC ਮੈਂਬਰ ਰਵੀ ਗਰਗ ਜੀ ਨੇ, ਜਿਨ੍ਹਾਂ ਦਾ ਲੰਮਾ ਤਜਰਬਾ ਕੈਨੇਡਾ ਦੇ ਵਿੱਚ ਹੈ, ਅੱਜ ਵੀ ਅੱਧਾ ਸਾਲ ਉੱਥੇ ਗੁਜ਼ਾਰਦੇ ਨੇ, ਆਪਣਾ ਐਕਸਪੀਰੀਅੰਸ ਲੈ ਕੇ ਆਉਂਦੇ ਨੇ। ਇਹਨਾਂ ਦੇ ਨਾਲ ਸ਼ੋਅ ਤੋਂ ਪਹਿਲਾਂ ਜਦੋਂ ਗੱਲ ਹੁੰਦੀ ਹੈ ਤਾਂ 5-7 ਪੁਆਇੰਟ ਮੈਨੂੰ ਜ਼ਰੂਰ ਦੱਸਦੇ ਨੇ ਕਿ ਇਹ ਚੀਜ਼ਾਂ ਆਪਾਂ ਬੋਲਣੀਆਂ ਹੈਗੀਆਂ। ਸੋ ਕੁਝ ਸਵਾਲ ਮੇਰੇ ਨਹੀਂ ਹੁੰਦੇ, ਕੁਝ ਇਹਨਾਂ ਦੇ ਆਪਣੇ ਦੱਸੇ ਹੁੰਦੇ ਨੇ ਕਿ ਯਾਰ ਆਹ ਚੀਜ਼ ਦੀ ਬੜੀ ਪ੍ਰੋਬਲਮ ਆ ਰਹੀ ਹੈ। ਸੋ ਸਭ ਤੋਂ ਪਹਿਲਾਂ ਤਾਂ ਬੇੜਾ ਗਰਕ, ਜਿੱਥੋਂ ਮੈਂ ਅੱਜ ਸ਼ੁਰੂਆਤ ਕੀਤੀ ਕਿ ਭਾਰਤ ਦੇ ਲੋਕ ਵਿਦੇਸ਼ ਪੜ੍ਹਨ ਜਾਂਦੇ ਨੇ, ਅੱਜ ਕੀ ਹੈ, ਵਿਦੇਸ਼ ਜਾਣ ਲਈ ਅਸੀਂ ਮਜਬੂਰੀ ਬਸ ਪੜ੍ਹਦੇ ਹਾਂ, ਔਰ ਪੜ੍ਹਾਉਣ ਦਾ ਸਭ ਤੋਂ ਪਹਿਲਾ ਲਾਲਚ ਸਾਨੂੰ ਦਿਖਾਇਆ ਜਾਂਦਾ ਕਿ ਤੇਰਾ ਤਾਂ ਵੀਜ਼ਾ ਹੋ ਜਾਊਗਾ ਇੰਨੇ ਗੈਪ ਨਾਲ, ਇੰਨੇ ਬੈਂਡ ਨਾਲ, ਇੱਕ ਮੋਡਿਊਲ 'ਚ ਸਾਡੇ, ਜਿਹੜਾ ਕਿ ਚਿੱਟੀ ਦੀਵਾਰ 'ਤੇ ਲਿਖਿਆ ਹੋਇਆ ਕਿ ਕੋਰਾ ਝੂਠ ਹੈ, ਸੱਚ ਨਹੀਂ ਹੈ, ਝੂਠ ਹੈ। 5.5 ਇੱਕ ਮੋਡਿਊਲ ਦੇ ਵਿੱਚ ਕੋਈ ਤੁੱਕਾ ਲੱਗ ਜੇ ਵੱਖਰੀ ਗੱਲ ਹੈ। ਇੱਥੋਂ ਸ਼ੁਰੂਆਤ ਕਰਾਂਗੇ। ਲਾਸਟ ਸਾਡਾ ਸਵਾਲ ਹੋਊਗਾ ਜੀ ਵੱਖ-ਵੱਖ ਸ਼ਹਿਰਾਂ ਦੇ ਸੈਮੀਨਾਰ। ਡਾਕਟਰ ਸਾਹਿਬ ਸਵਾਗਤ। ਰਣਬੀਰ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਧੰਨਵਾਦ, ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਪਹਿਲੀ ਗੱਲ ਆਪਾਂ ਸ਼ੁਰੂ ਇੱਥੋਂ ਕਰ ਲਈਏ ਕਿ ਅੱਜ ਪੰਜਾਬ ਦੇ ਵਿੱਚ, ਮੈਂ ਨਹੀਂ ਕਹਿੰਦਾ ਸਾਰੇ ਮਾੜੇ ਨੇ, ਬਹੁਤ ਸਾਰੇ ਲੋਕ ਐਡਵਰਟੀਜ਼ਮੈਂਟ ਕਰਦੇ ਨੇ ਕਿ ਤੁਹਾਡੇ ਇੱਕ ਮੋਡਿਊਲ 'ਚ 5.5 ਨੇ, ਕੀ ਤੁਹਾਡਾ ਪਿਛਲੇ 2 ਸਾਲਾਂ 'ਚ ਇੱਕ ਮੋਡਿਊਲ 'ਚ 5.5 ਹੋਣ ਕਰਕੇ ਵੀਜ਼ਾ ਰਿਫਿਊਜ਼ ਹੋਇਆ, ਜਾਂ ਤੁਸੀਂ ਵਾਰ-ਵਾਰ ਆਇਲਸ ਦੇ ਕੇ 6 ਨਹੀਂ ਲੈ ਪਾ ਰਹੇ ਤਾਂ ਸਾਨੂੰ ਸੰਪਰਕ ਕਰੋ। ਇਹ ਜਿਹੜੀ ਗੁੜਤੀ, ਗਿੱਦੜ ਪਿੱਲੀ, ਗਿੱਦੜ ਸਿੰਘੀ, ਜਾਦੂ ਉਹਨਾਂ ਨੂੰ ਮਿਲਦਾ ਹੈ, ਤੁਹਾਨੂੰ ਕਿਉਂ ਨਹੀਂ ਦਿੰਦੀ ਕੈਨੇਡੀਅਨ ਸਰਕਾਰ ਕਿ 5.5 ਤੁਸੀਂ ਵੀ ਲਵਾ ਲਓ? ਦੇਖੋ, ਇੱਕ ਛੋਟੀ ਇੱਕ ਲਾਈਨ ਦੀ ਵੀ ਗੱਲ ਦਵਾਂ ਕਿ ਉਹ ਠੱਗੀਆਂ ਮਾਰ ਸਕਦੇ ਨੇ, ਗਲਤ ਗੁੰਮਰਾਹੀ ਕਰ ਸਕਦੇ ਨੇ, ਅਸੀਂ ਨਹੀਂ ਕਰ ਸਕਦੇ। ਇਹ ਮੰਤਰ ਦੀ ਗੱਲ ਹੈਗੀ ਹੈ। ਤੁਸੀਂ ਜਿਹੜੀ ਗੱਲ ਕੀਤੀ ਕਿ ਜੀ ਇਹ 5.5 ਦੇ ਵਿੱਚ ਤੁਹਾਡਾ ਵੀਜ਼ਾ ਨਹੀਂ ਲੱਗਿਆ ਅਤੇ ਤੁਸੀਂ ਸਾਡੇ ਕੋਲ ਆ ਜਾਓ, ਕੋਰਾ ਝੂਠ ਤੁਸੀਂ ਕਿਹਾ ਦੀਵਾਰ 'ਤੇ ਲਿਖਿਆ ਹੈ। ਅਤੇ ਇਸ ਦੇ ਇਲਾਵਾ ਤੁਹਾਨੂੰ ਦੱਸਾਂ ਕਿ ਰਿਫਿਊਜ਼ਡ ਕੇਸ 5.5 ਉਹ ਸਰੇਆਮ ਬੋਰਡ 'ਤੇ ਲਿਖਿਆ ਹੁੰਦਾ ਹੈ, ਗਰੰਟੀ ਆਫ ਵੀਜ਼ਾ ਦੀ 100% ਖਾਸ ਤੌਰ 'ਤੇ ਲਿਖਿਆ ਹੁੰਦਾ, 100% ਬੋਲਡ ਕਰਕੇ ਵੀਜ਼ਾ ਗਰੰਟੀ। ਜਦੋਂ ਕਿ ਸਾਡੇ ਸਾਰੇ ਆਫਿਸਾਂ ਦੇ ਵਿੱਚ ਬਾਹਰ ਹੀ ਰਿਸੈਪਸ਼ਨ 'ਤੇ ਲਿਖਿਆ ਹੁੰਦਾ ਕਿ ਵੀ ਅਸੀਂ ਐਕਸਪਰਟੀਜ਼ ਦੀ ਗਰੰਟੀ ਦਿੰਦੇ ਹਾਂ, ਸਿਆਣਪ ਦੀ ਗਰੰਟੀ ਦਿੰਦੇ ਹਾਂ, ਓਨੈਸਟੀ ਦੀ, ਜੈਨੂਅਨਨੈਸ ਦੀ, ਟਰਾਂਸਪੇਰੈਂਸੀ ਦੀ, ਜਿਹੜੀ ਕਿ ਬੜੀ ਘੱਟ ਮੈਂ ਦੇਖੀ ਲਾਈਫ ਦੇ ਵਿੱਚ, ਬੜੀ ਘੱਟ ਮਿਲਦੀ ਹੈ, ਉਹਨਾਂ ਚੀਜ਼ਾਂ ਦੀ ਗਰੰਟੀ ਦਿੰਦੇ ਹਾਂ। ਵੀਜ਼ਾ ਦੀ ਗਰੰਟੀ ਨਹੀਂ ਦਿੰਦੇ, ਨਾ ਹੀ ਦੇ ਸਕਦੇ, ਕਿਉਂਕਿ ਕੈਨੇਡਾ ਅੰਬੈਸੀ ਨੇ ਖਾਸ ਤੌਰ 'ਤੇ ਰੂਲ ਦੇ ਵਿੱਚ ਲਿਖਿਆ ਹੈ ਕਿ ਨਹੀਂ ਤੁਸੀਂ ਦੇ ਸਕਦੇ, ਗਰੰਟੀ ਨਹੀਂ ਦੇਣੀ। ਔਰ ਇੱਕ ਵੀਡੀਓ CIC ਜਿਹੜੀ ਹੈਗੀ ਹੈ ਕੈਨੇਡਾ, IRCC ਕੈਨੇਡਾ ਅੰਬੈਸੀ ਜਿਹੜੀ ਹੈ, ਉਸ ਦੀ ਉਹਨੇ ਬਣਾ ਕੇ YouTube 'ਤੇ ਪਾਈ ਹੋਈ ਹੈ ਖਾਸ ਤੌਰ 'ਤੇ, ਉਹਦੇ 'ਤੇ ਲਿਖਿਆ ਹੈ ਡੋਂਟ ਬੀ ਏ ਵਿਕਟਿਮ ਆਫ ਡਿਸਅਪੀਅਰਿੰਗ ਐਕਟ। ਇਹ ਤੁਸੀਂ ਪਾਓਗੇ ਨਾ ਗੂਗਲ 'ਤੇ ਤੁਸੀਂ, ਅਤੇ ਇਹ ਆ ਜੂਗੀ ਡੋਂਟ ਬੀ ਏ ਵਿਕਟਿਮ ਆਫ ਡਿਸਅਪੀਅਰਿੰਗ ਐਕਟ। ਉਸ ਦੇ ਵਿੱਚ ਉਹ ਗਰੰਟੀ ਵੀ ਦਿੰਦਾ ਹੈ, ਪੈਸੇ ਕੈਸ਼ ਲੈਣ ਦੀ ਗੱਲ ਕਰਦਾ, ਰਸੀਦ ਨਹੀਂ ਦਿੰਦਾ, ਇਹ ਸਾਰੇ ਪੁੱਠੇ ਕੰਮ। ਸੋ ਇਹ ਜਿਹੜੇ ਨੇ
ਇਹ ਸਾਰੀਆਂ ਗਲਤ ਗੱਲਾਂ ਜਿਹੜੀਆਂ ਨੇ, ਗੁੜਤੀਆਂ ਦੀ ਜਿਹੜੀ ਤੁਸੀਂ ਗੱਲ ਕੀਤੀ, ਇਹ ਗਲਤ ਲੋਕ ਸਭ ਕੁਝ ਕਰ ਦਿੰਦੇ ਆ। ਔਰ ਤੁਸੀਂ ਜਿਹੜੀ ਗੱਲ ਕੀਤੀ ਕਿ ਇਹ ਲੋਕ ਜਿਹੜੇ ਨੇ ਇਹ ਸੋਚ ਕੇ ਨਹੀਂ ਕੰਮ ਸ਼ੁਰੂ ਕਰਦੇ ਕਿ ਇਹ ਬੱਚਿਆਂ ਦੀ 12ਵੀਂ ਤੋਂ ਬਾਅਦ 18 ਸਾਲ ਦੇ ਬੱਚੇ ਹੈ, ਗ੍ਰੈਜੂਏਸ਼ਨ ਤੋਂ ਬਾਅਦ 21-22 ਸਾਲ ਦੇ ਨਹੀਂ, ਇਹਨਾਂ ਦੀ ਜ਼ਿੰਦਗੀਆਂ ਬਣਾਉਣੀਆਂ ਨੇ। ਆਫ ਕੋਰਸ ਇਨਕਮ ਔਰ ਥੋੜ੍ਹੇ ਬਹੁਤੇ ਜਿਹੜੇ ਪੈਸੇ ਆ ਉਹ ਤਾਂ ਦੁਨੀਆਦਾਰੀ ਦਾ ਹਿੱਸਾ ਨੇ, ਇਹ ਸੋਚ ਕੇ ਕਰਦੇ ਆ ਹੁਣ ਪੈਸੇ ਬਣਾਉਣੇ ਨੇ। ਆਫਟਰ ਵੀਜ਼ਾ ਸਾਰੀ ਫੀਸ ਪੈਕੇਜ, ਔਰ ਜਿਹੜੇ ਕੰਮ ਨਹੀਂ ਵੀ ਕਰਨ ਵਾਲੇ 5.5 ਲਾ ਲਓ ਜਾਂ ਫੇਲ ਲਾ ਲਓ, ਜਾਂ ਇਹ ਸਾਰੇ ਜਿਹੜੇ ਆਈਲੈਟਸ ਨਹੀਂ ਵੀ ਕੀਤੀ ਤੇ ਕਹਿੰਦੇ ਆਈਲੈਟਸ ਵੀ ਕਰਵਾ ਦਾਂਗੇ ਕਰਕੇ ਫਸਾ ਲੈਂਦੇ ਨੇ, ਪੈਸੇ ਲੈ ਲੈਂਦੇ ਨੇ। ਔਰ ਤੁਸੀਂ ਇੱਕ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ, ਇੱਕ ਨਾ ਫਿਰੋਜ਼ਪੁਰ ਦੇ ਵਿੱਚ ਮੇਰਾ ਹੌਸਪੀਟਲ ਸੀ ਬੜੀ ਪੁਰਾਣੀ, 2000 ਸਾਲ ਤੋਂ ਪਹਿਲਾਂ 10 ਸਾਲ ਹੌਸਪੀਟਲ ਚਲਾਇਆ ਮੈਂ। ਉੱਥੇ ਨਾਲ ਹੀ CII ਸਟਾਫ ਸੀਗਾ, ਉੱਥੇ ਇੰਸਪੈਕਟਰ ਹੁੰਦੇ ਸੀਗੇ, ਮੇਰੇ ਬੜੇ ਖਾਸ ਦੋਸਤ ਸੀਗੇ। ਮੈਂ ਹੁਣੇ ਰੀਸੈਂਟਲੀ ਸੈਮੀਨਾਰ ਲੱਗਿਆ ਤੇ ਫਿਰੋਜ਼ਪੁਰੋਂ ਲੁਧਿਆਣਾ ਆਉਣਾ ਸੀ, ਰਸਤੇ 'ਚ ਜੀਰਾ 'ਚ ਉਹਨਾਂ ਦਾ ਘਰ ਹੈਗਾ, ਪਿਆਰ ਨਾਲ ਮੈਂ ਮਿਲਣ ਗਿਆ ਤੇ ਉਹ ਕਹਿੰਦੇ ਜੀ ਮੈਂ ਬਸ ਤੁਹਾਨੂੰ ਮਿਲਣ ਤੋਂ ਬਾਅਦ ਚੱਲਿਆ ਹੈਗਾ ਕਿ 11 ਲੱਖ ਰੁਪਏ ਕਿਸੇ ਨੇ ਫਸਾ ਲਏ ਏਜੰਟ ਕੋਲੇ, ਉਹੀ ਕੰਮ। ਤੇ ਮੈਂ ਕਿਹਾ ਜੀ ਤੁਹਾਨੂੰ ਤਾਂ ਪਤਾ ਹੈ, ਕਹਿੰਦੇ ਜੀ ਮੈਨੂੰ ਦੱਸੇ ਬਗੈਰ ਇੱਦਾਂ ਉਹੀ। ਤੇ ਮੈਂ ਕਿਹਾ ਕਿੱਦਾਂ ਇੰਨੇ ਤੁਹਾਡੇ ਸੰਧੂ ਸਾਹਿਬ ਹੈਗੇ ਨੇ, ਅਸੀਂ ਇੰਨੇ ਸ਼ੋਅ 'ਤੇ ਇੰਨੀਆਂ ਸਾਫ਼ ਗੱਲਾਂ ਕਰਦੇ ਹਾਂ ਕਿ ਕਿਸੇ ਵੀ ਕੰਸਲਟੈਂਟ ਨੂੰ ਚੈੱਕ, ਡਰਾਫਟ, ਬੈਂਕ ਟ੍ਰਾਂਸਫਰ ਜਾਂ ਕੈਸ਼ ਰਾਹੀਂ ਪੈਸੇ ਨਹੀਂ ਦੇਣੇ। ਕਾਲਜ ਨੂੰ ਆਪਣੇ ਅਕਾਊਂਟ ਤੋਂ ਸਿੱਧੇ ਪੈਸੇ ਭੇਜਣੇ ਨੇ, GIC ਦੇ ਪੈਸੇ ਸਿੱਧੇ ਕੈਨੇਡਾ ਬੈਂਕ ਦੇ ਵਿੱਚ ਭੇਜਣੇ ਨੇ। ਫਿਰ ਵੀ ਇੰਨੇ ਸਾਰੇ ਸੋਚ ਦੇ ਵਿੱਚ ਇੰਨੀਆਂ ਸਾਫ਼ ਗੱਲਾਂ ਕਰਕੇ ਕਿਵੇਂ ਲੋਕ ਫਸ ਜਾਂਦੇ। ਕਹਿੰਦੇ ਜੀ ਇਹਨਾਂ ਕੋਲੇ ਖਾਸ ਆਰਟ ਹੁੰਦੀ ਆ ਫਸਾਉਣ ਦੀ, ਇਹ ਗੱਲਾਂ ਇਸ ਤਰ੍ਹਾਂ ਕਰਦੇ ਨੇ ਕਿ ਅਗਲਾ ਗੱਲਾਂ ਵਿੱਚ ਆ ਜਾਂਦਾ, ਉਸੇ ਦੀ ਇਹਨਾਂ ਨੇ ਜਿਹੜੀਆਂ ਕਮਾਈਆਂ ਕਰਨੀਆਂ ਹੁੰਦੀਆਂ। ਇਹ ਖਾਸ ਗੱਲ ਹੈਗੀ ਹੈ। ਸੋ ਇਹ ਜਿਹੜਾ ਹੈ, ਇਹਨਾਂ ਚੀਜ਼ਾਂ ਤੋਂ ਬਚ ਕੇ ਤੁਹਾਨੂੰ ਆਪ ਵੀ ਅਲਰਟ ਹੋਣ ਦੀ, ਮਨ ਨੂੰ ਸੁਚੇਤ ਕਰਕੇ ਰੱਬ ਦਾ ਨਾਂ ਲੈ ਕੇ ਧਿਆਨ ਦੇਣ ਦੀ, ਟਾਈਮ ਲਾਉਣ ਦੀ ਜ਼ਰੂਰਤ ਹੈ। ਜਲਦਬਾਜ਼ੀ ਨਹੀਂ ਕਰਨੀ। ਬੱਚੇ ਤਾਂ ਖੈਰ ਕਰਦੇ ਹੀ ਕਰਦੇ ਨੇ, ਕਈ ਵਾਰੀ ਪੇਰੈਂਟਸ ਵੀ ਉਹਨਾਂ ਦੀ ਗੱਲਾਂ ਫਟਾਫਟ ਹੋ ਜਾਵੇ। ਜਿਹਨੂੰ ਅਸੀਂ 2 ਤੇ 2 4 ਕਹਿੰਦੇ ਹੈਗੇ ਆ ਤੇ ਲੋਕੀ 2 ਤੇ 2 ਨੂੰ 7 ਕਹਿ ਦਿੰਦੇ ਹੈਗੇ, ਤੁਸੀਂ ਫਟਾਫਟ ਉਹਦੇ ਕੋਲ ਭੱਜ ਕੇ ਜਾਂਦੇ ਹੋ। ਜਿਹੜੇ ਅਸੀਂ, ਮੈਂ ਕਹਿ ਦਿੰਦਾ ਜੀ ਅੱਜ ਦੇ ਦਿਨ ਦੀ ਗੱਲ ਕਰਦਾ ਕਿ 5.5 ਇਨ ਐਨੀ ਮੋਡਿਊਲ ਹੈਗੇ ਤੇ ਕੈਨੇਡਾ ਦਾ ਵੀਜ਼ਾ ਨਹੀਂ ਅਪਲਾਈ ਕਰਨਾ। ਜੁਲਾਈ 21 ਤੋਂ ਬਾਅਦ ਕੈਨੇਡਾ ਐਮਬੈਸੀ ਨੇ ਕੋਈ ਵੀਜ਼ਾ ਨਾ ਦਿੱਤਾ ਨਾ ਦੇਣਾ। ਤੇ ਜੇ ਕਿਸੇ ਨੇ ਕਹਿ ਦਿੱਤਾ ਕਿ ਜੀ ਲਿਆਓ ਮੈਂ ਲਵਾ ਦੇਣਾ, ਤੁਸੀਂ ਭੱਜ ਕੇ ਫਿਰ ਜੇ ਜਾਂਦੇ ਹੋ ਤਾਂ ਫਿਰ ਉਹ ਗਲਤ ਹੋ ਜਾਏਗਾ। ਸੋ ਟੇਕ ਕੇਅਰ। ਇਹ ਭਾਰਤ ਹੈ ਜੀ, ਇੱਥੇ ਮਿੱਟੀ ਤੋਂ ਲੈ ਕੇ ਗੱਲਾਂ ਤੱਕ ਵਿਕਦੀਆਂ ਨੇ। ਇੱਥੇ ਤਾਂਤਰਿਕ ਮੰਤਰ, ਸਵਾਸ ਛੱਡੇ ਹੋਏ ਲੋਕਾਂ ਨੂੰ ਬਰਫ਼ਾਂ ਦੇ ਵਿੱਚ ਫਰਿੱਜਾਂ 'ਚ ਲਾ ਕੇ ਦੁਬਾਰਾ ਜਿਉਂਦੇ ਕਰਨ ਦੇ ਦਾਅਵੇ ਦੇ ਵਾਅਦੇ ਕੀਤੇ ਜਾਂਦੇ ਨੇ। ਇੱਥੇ ਤੁਹਾਡਾ ਕਾਰੋਬਾਰ ਠੀਕ ਕਰਨ ਦੇ ਵਾਅਦੇ ਕੀਤੇ ਜਾਂਦੇ ਨੇ। 51 ਰੁਪਏ ਦੇ ਦਿਓ ਤੁਹਾਡਾ ਕਾਰੋਬਾਰ ਠੀਕ ਕਰ ਦਾਂਗੇ। ਜਿਸ ਬੰਦੇ ਦੀ ਟਰਨਓਵਰ 10 ਕਰੋੜ ਦੀ, ਉਹ ਕਹਿੰਦਾ ਜੀ 51 ਰੁਪਏ ਦੇ ਕੇ ਤੁਹਾਡਾ ਕਾਰੋਬਾਰ ਠੀਕ ਕਰ ਦਾਂਗੇ। ਉਹਦਾ ਮਨ ਫਿਰ ਟਿਕ ਜਾਂਦਾ ਕਿਤੇ ਨਾ ਕਿਤੇ। ਇਹੀ ਹਾਲਾਤ ਸਾਡੀ ਇੰਡਸਟਰੀ ਦੇ ਵਿੱਚ ਨੇ ਕਿ ਪਤਾ ਹੈ ਵੀਜ਼ਾ ਨਹੀਂ ਆਉਣਾ। ਡਾਕਟਰ ਸਾਹਿਬ ਨੇ ਮਨਾ ਕਰਤਾ, ਇਹ CIC ਮੈਂਬਰ ਨੇ, ਸਭ ਨੇ ਮਨਾ ਕਰਤਾ। ਮੇਰੇ ਵਰਗਾ ਫਿਰ ਐਡ ਪਾ ਦਿੰਦਾ, ਗਰੰਟੀ ਹੈ ਜੀ ਆਹ ਦੇਖੋ ਫਲਾਣੇ ਦਾ ਲਵਾਤਾ, ਫਲਾਣੇ ਦਾ ਲਵਾਤਾ, ਫਲਾਣੇ ਦੇਖਣ ਕਿਹੜੇ ਮੋਏ ਨੇ ਆਣਾ। ਸੋ ਇਹ ਭਾਰਤ ਹੈ, ਤੁਹਾਨੂੰ ਆਪ ਬਚਣਾ ਪਏਗਾ। ਇੱਥੇ ਸੜਕਾਂ 'ਤੇ ਦੌੜਦੀਆਂ ਕਾਰਾਂ ਜਿਹੜੀਆਂ ਨੇ ਉਹ ਆਪ ਇੱਕ ਮਨੁੱਖੀ ਬੰਬ ਨੇ, ਉਹਨਾਂ ਤੋਂ ਬਚਣਾ ਪਏਗਾ। ਜ਼ਰੂਰੀ ਨਹੀਂ ਕਿ ਤੁਹਾਨੂੰ ਡਰਾਈਵਿੰਗ ਸਹੀ ਆਉਂਦੀ ਹੈ ਕਿ ਤੁਸੀਂ ਸੇਫ ਹੋ, ਸਾਹਮਣੇ ਵਾਲੇ ਨੂੰ ਆਉਂਦੀ ਹੈ ਕਿ ਨਹੀਂ ਆਉਂਦੀ, ਇਹ ਵੀ ਇੱਕ ਮੁਨੱਸਰ ਕਰਦਾ। ਸੋ ਭਾਰਤ ਹੈ ਜੀ, ਇੱਥੇ ਆਪਣੇ ਆਪ ਬਚਣ ਦੀ ਬੜੀ ਲੋੜ ਹੈ। ਡਾਕਟਰ ਸਾਹਿਬ 2 ਇੰਪੋਰਟੈਂਟ ਸਵਾਲ ਇਕੱਠੇ। ਪਹਿਲਾਂ ਤਾਂ ਜਿਹੜੇ ਲੋਕ PG 'ਤੇ ਜਾਂਦੇ ਨੇ ਉਹਨਾਂ ਨੂੰ ਜਿਹੜੇ ਕੋਰਸਸ ਦੀ ਬੜੀ ਇੱਕ ਕਨਫਿਊਜ਼ਨ ਰਹਿੰਦੀ ਹੈ। ਸੈਕਿੰਡ, ਚਾਹੇ PG 'ਤੇ ਜਾਂਦੇ ਨੇ ਚਾਹੇ ਆਫਟਰ +2 ਜਾਂਦੇ ਨੇ, ਇੱਕ ਇਹ ਕਨਫਿਊਜ਼ਨ ਨਾਲ ਰਹਿੰਦੀ ਕਿ 1 ਸਾਲ ਦਾ ਕੋਰਸ ਜਾਂ 2 ਸਾਲ ਦਾ ਕੋਰਸ। ਇਹਦੇ ਬਾਰੇ ਦੱਸੋ। ਬਿਲਕੁਲ, ਦੇਖੋ 1 ਸਾਲ ਦਾ ਕੋਰਸ PG ਵਾਲਿਆਂ ਦੀ ਐਲੀਜੀਬਿਲਟੀ ਤੇ ਮੈਂ ਸਵਾਲ ਕਰ ਰਿਹਾ। ਬਿਲਕੁਲ 1 ਸਾਲ ਦਾ ਅਗਰ ਕੋਰਸ ਲਵਾਂਗੇ ਔਰ ਉੱਥੇ ਜਾ ਕੇ ਆਪਾਂ 1 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਾਂਗੇ ਤੇ ਰੂਲ ਹੈਗਾ, ਲਿਖ ਲਓ ਪਲੀਜ਼, ਬੜੀ ਜ਼ਰੂਰੀ ਗੱਲ ਹੈਗੀ ਹੈ। 1 ਸਾਲ ਤੋਂ ਬਾਅਦ ਵਰਕ ਪਰਮਿਟ 1 ਸਾਲ ਦਾ ਮਿਲਣਾ। ਤੇ ਆਮ ਤੌਰ ਤੇ ਜਿੰਨੀਆਂ ਵੀ ਕੈਟਾਗਰੀਜ਼ ਹੁੰਦੀਆਂ ਨੇ, ਬਾਈ ਚਾਂਸ ਕੋਈ ਲੱਕੀਲੀ ਕਿ ਲੋਟਰੀ ਵਾਂਗੂ ਕੋਈ ਐਸੀ ਜਿਹੜੀ ਪਬਲਿਕ ਪਾਲਿਸੀ ਦੇ ਵਿੱਚ ਕੋਈ ਜਿਸ ਤਰ੍ਹਾਂ TR to PR ਵਰਗੀ ਕੋਈ ਆ ਜਾਵੇ, ਉਸ ਦੇ ਵਿੱਚ ਵੀ 2 ਸਾਲ ਦੀ ਪੜ੍ਹਾਈ ਜ਼ਰੂਰੀ ਸੀ। ਪਰ ਕੋਈ ਐਸੀ ਆ ਜਾਏ ਤਾਂ ਵੱਖਰੀ ਗੱਲ ਹੈ। ਪਰ ਜ਼ਿਆਦਾਤਰ 99% ਕੇਸਿਸ ਵਿੱਚ 1 ਸਾਲ ਦੇ ਐਕਸਪੀਰੀਅੰਸ ਦੀ ਲੋੜ ਪੈਂਦੀ ਹੈਗੀ ਹੈ ਪੂਰੇ, ਤੇ ਉਹ ਨਹੀਂ ਹੋ ਪਾਉਂਦਾ। ਮੁੱਖ ਦੀ ਗੱਲ 1 ਸਾਲ ਤੋਂ ਬਾਅਦ 1 ਸਾਲ ਦਾ ਹੋਰ ਕੋਰਸ ਲੈਣਾ। 1 ਸਾਲ ਦਾ ਕੋਰਸ ਇੱਥੋਂ ਲੈ ਕੇ ਗਏ, 1 ਸਾਲ ਦਾ ਹੋਰ ਐਡਮਿਸ਼ਨ ਲੈਣੀ ਹੈ ਔਰ ਸਟੱਡੀ ਪਰਮਿਟ ਐਕਸਟੈਂਸ਼ਨ ਜਿਹੜੀ ਹੈ ਐਮਬੈਸੀ ਤੋਂ ਕਰਨੀ ਹੈ। ਸੋ 1 ਸਾਲ ਦੇ 2 ਕੋਰਸ ਲੈਣੇ ਆ ਜਾਂ ਇੱਥੋਂ ਹੀ 2 ਸਾਲ ਦਾ ਕੋਰਸ ਲੈ ਕੇ ਜਾਣਾ, ਇੱਕੋ ਹੀ ਗੱਲ ਹੈ। ਸੋ ਉਹ ਉਸ ਤੋਂ ਬਾਅਦ ਵੀ 3 ਸਾਲ ਦਾ ਵਰਕ ਪਰਮਿਟ ਮਿਲਣਾ ਹੈ। ਅਗਰ 1 ਸਾਲ ਦਾ ਕੋਰਸ ਲੈ ਕੇ ਜਾਂਦੇ ਹੋ ਤੇ ਉੱਥੇ ਸਾਡੇ ਕੈਨੇਡਾ 'ਚ 2 ਆਫਿਸ ਨੇ, ਜਿਹੜੇ ਇੱਕ ਬਰੈਂਪਟਨ ਦੇ ਵਿੱਚ, ਇੱਕ ਸੈਸਕਾਟੂਨ ਦੇ ਵਿੱਚ। ਤੁਹਾਨੂੰ 1 ਸਾਲ ਦੀ ਹੋਰ ਕਿਸੇ ਕੋਰਸ 'ਚ ਐਡਮਿਸ਼ਨ ਦਿਵਾਵਾਂਗੇ, ਸਟੱਡੀ ਪਰਮਿਟ ਐਕਸਟੈਂਸ਼ਨ ਐਮਬੈਸੀ ਤੋਂ ਜੈਨੂਅਲੀ ਕਰਾਵਾਂਗੇ ਔਰ ਉਸ ਤੋਂ ਬਾਅਦ ਫਿਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਾਵਾਂਗੇ। 1 ਸਾਲ ਦੇ ਕੋਰਸ 'ਤੇ ਜਾਣ ਦਾ ਹਰਜ ਕੋਈ ਨਹੀਂ ਹੈ, ਕਿਉਂਕਿ 70-80% ਜਿਹੜੇ ਪੋਸਟ ਗ੍ਰੈਜੂਏਟ ਕੋਰਸਿਸ ਨੇ
ਉਹ 1 ਸਾਲ ਦੇ ਮਿਲਦੇ ਨੇ ਔਰ ਤੁਹਾਡੀ ਚੁਣਿੰਦਾ ਜਿਹੜੀ ਪ੍ਰੈਫਰੈਂਸ ਵਾਲੀ ਜਗ੍ਹਾ ਕਿ ਇੱਥੇ ਮੇਰੇ ਕੋਈ ਰਿਸ਼ਤੇਦਾਰ ਨੇ, ਫਰੈਂਡ ਨੇ, ਇੱਥੇ ਹੀ ਜਾਣਾ, ਤੇ ਬੜੀ ਸਾਰੀ ਵਾਰੀ ਇੱਕੋ ਸਾਲ ਦਾ ਮਿਲਦਾ, ਕੋਈ ਹਰਜ ਨਹੀਂ ਲੈਣ ਦੇ ਵਿੱਚ, ਲੇਕਿਨ ਫਿਰ ਉੱਥੇ ਜਾ ਕੇ 1 ਸਾਲ ਦਾ ਹੋਰ ਲੈਣਾ ਟੇਕ ਕੇ। ਡਾਕਟਰ ਸਾਹਿਬ, ਜਦੋਂ ਵਿਦਿਆਰਥੀ ਕਿਸੇ ਕੋਲ ਜਾਂਦਾ ਹੈ ਆਪਣੀ ਪ੍ਰੋਫਾਈਲ ਲੈ ਕੇ, ਤੇ ਸਟੇਟਮੈਂਟ ਆਫ ਪਰਪਸ ਦਾ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ। ਸਟੇਟਮੈਂਟ ਆਫ ਪਰਪਸ ਹੀ ਦਰਸਾਉਂਦੀ ਹੈ ਕਿ ਵਿਅਕਤੀ 18 ਪੜ੍ਹਿਆ, 17 ਪੜ੍ਹਿਆ, 16 ਪੜ੍ਹਿਆ, ਕਿ 2005 ਚ ਪਾਸ ਹੈ, ਕਿ 22 ਚ ਪਾਸ ਹੈ, ਤੇ ਜੇ ਉਹਦਾ ਗੈਪ ਹੈ ਤਾਂ ਇੱਕ ਚੰਗਾ ਕੰਸਲਟੈਂਟ ਸਟੂਡੈਂਟ ਨੂੰ ਦੱਸ ਦਿੰਦਾ ਕਿ ਭਾਈ ਆ ਮੈਂਸ਼ਨ ਕਰ ਦੇ, ਐਕਸੈਪਟ ਹੋ ਜਾਣਾ। ਪਰ ਫਿਰ ਵੀ ਇੱਕ ਸਟੇਟਮੈਂਟ ਆਫ ਪਰਪਸ ਦੇ ਅਨੁਸਾਰ, ਐਕਸਪਰਟੀਜ਼ ਦੇ ਅਨੁਸਾਰ ਕਿੰਨਾ ਕੁ ਗੈਪ ਜਿਹੜਾ ਹੈਗਾ ਉਹ ਜਸਟੀਫਾਈਡ ਹੈ ਕੈਨੇਡਾ ਦੇ ਵਿੱਚ? ਬਿਲਕੁਲ, ਦੇਖੋ ਜਿਹੜੇ ਗ੍ਰੈਜੂਏਟਸ ਹੈਗੇ ਨੇ ਉਹਨਾਂ ਨੂੰ 5 ਸਾਲ ਤੱਕ ਤਾਂ ਕਾਲਜਿਸ ਵੀ ਅਲਾਉ ਕਰਦੇ ਨੇ ਐਡਮਿਸ਼ਨ ਵਾਸਤੇ। ਉਸ ਤੋਂ ਬਾਅਦ ਬਹੁਤ ਸਾਰੇ ਕਾਲਜਿਸ ਐਡਮਿਸ਼ਨ ਦੇਣ ਦੇ ਵਿੱਚ ਗੁਰੇਜ਼ ਕਰਦੇ ਨੇ, ਨਹੀਂ ਦਿੰਦੇ। ਅਗਰ ਸੀਟਾਂ ਵੱਧ ਨੇ ਤਾਂ ਦੇ ਦਿੰਦੇ ਨੇ। ਬਹੁਤ ਸੋਹਣਾ ਮੁੱਦਾ ਉਠਾਇਆ ਡਾਕਟਰ ਸਾਹਿਬ ਤੁਸੀਂ, ਐਡਮਿਸ਼ਨ ਦਾ ਮਿਲਣਾ, ਗੈਪ ਹੋ ਗਿਆ, ਐਡਮਿਸ਼ਨ ਮਿਲ ਗਿਆ, ਬਿਲਕੁਲ, ਤੇ ਵੀਜ਼ੇ ਦਾ ਮਿਲਣਾ, ਇਹ ਦੋਵਾਂ ਦਾ ਕੰਬੀਨੇਸ਼ਨ ਕਿਵੇਂ ਬਣਦਾ ਆਪਸ ਵਿੱਚ? ਬਿਲਕੁਲ। ਦੇਖੋ ਦੋਨੋਂ ਡਿਫਰੈਂਟ ਚੀਜ਼ਾਂ ਨੇ। ਤੁਸੀਂ ਇੱਕ ਚੀਜ਼ ਦੇਖੋ ਕਿ ਜਿਸ ਤਰ੍ਹਾਂ ਕਿ ਐਮਬੈਸੀ ਕਹਿੰਦੀ ਹੈ ਕਿ ਜੀ ਕੰਡੀਸ਼ਨਲ ਆਫਰ ਲੈਟਰ ਨਹੀਂ ਹੋਣੀ ਚਾਹੀਦੀ, ਇੱਕ ਅਨਕੰਡੀਸ਼ਨਲ ਆਫਰ ਲੈਟਰ ਲਾਣੀ ਫਾਈਲ ਦੇ ਵਿੱਚ ਤੁਸੀਂ। ਲੇਕਿਨ ਬੜੇ ਸਾਰੇ ਨੇ, ਜਿਹੜੀ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਹੈਗੀ ਹੈ, ਯੂਨੀਵਰਸਿਟੀ ਆਫ ਰਜਾਈਨਾ ਹੈਗੀ ਹੈ, ਜੇ +2 ਕਾਮਰਸ ਕੀਤਾ ਹੋਇਆ ਬੱਚੇ ਨੇ ਔਰ ਮੈਥਮੈਟਿਕਸ ਨਹੀਂ ਕੀਤਾ, ਤੇ ਇਹ ਮੈਥਮੈਟਿਕਸ ਮੰਗਦੇ ਨੇ ਔਰ ਤੁਹਾਨੂੰ ਜਿਹੜੀ ਐਡਮਿਸ਼ਨ ਦੇ ਦੇਣਗੇ ਜੀ, ਮੈਥਮੈਟਿਕਸ ਦੀ ਕੰਡੀਸ਼ਨ ਲਾ ਕੇ ਕੁਝ ਐਡਮਿਸ਼ਨ ਦੇ ਦੇਣਗੇ। ਸੋ ਉਹ ਅਗਰ ਆਫਰ ਲੈਟਰ ਲਾਵਾਂਗੇ ਤੇ ਉਹ ਫਾਈਲ ਤਾਂ ਲੱਗ ਜਾਏਗੀ, ਲੇਕਿਨ ਵੀਜ਼ਾ ਰਿਫਿਊਜ਼ ਹੋਏਗਾ। ਉਹੀ ਕੰਸਲਟੈਂਟ ਨੂੰ ਪਤਾ ਹੋਣਾ ਚਾਹੀਦਾ, ਕੰਸਲਟੈਂਟ ਨੂੰ ਪਤਾ ਹੈ, ਤੇ ਉਹ ਨਾ ਤਾਂ ਐਡਮਿਸ਼ਨ ਕਰਾਏਗਾ ਇਹੋ ਜਿਹੀ ਥਾਂ 'ਤੇ, ਨਾ ਹੀ ਫਾਈਲ ਐਮਬੈਸੀ ਦੇ ਵਿੱਚ ਲਗਾਏਗਾ। ਇਸੇ ਤਰੀਕੇ ਨਾਲ ਹੋਰ ਜਿਹੜੀਆਂ ਨੇ, ਇਹ ਸਾਰੀਆਂ ਜਿਹੜੀਆਂ ਨੇ, ਜੇ ਆਪਾਂ ਕੁਝ ਐਮਬੈਸੀ ਦੇ ਰੂਲ ਦੇ ਮੁਤਾਬਕ ਨਾ ਕੀਤਾ, ਜਿਸ ਤਰ੍ਹਾਂ ਕਿ SDS ਦੇ ਵਿੱਚ 1 ਸਾਲ ਦੀ ਫੀਸ ਕਾਲਜਿਸ ਨੂੰ ਪੇ ਕਰਨੀ ਜ਼ਰੂਰੀ ਹੈ। ਆਪਾਂ 1 ਸਮੈਸਟਰ ਦੀ 4 ਮਹੀਨੇ ਦੀ, ਮਤਲਬ ਅੱਧੇ ਸਾਲ ਦੀ ਫੀਸ ਜਮ੍ਹਾਂ ਕਰਾ ਦਿੰਦੇ ਹਾਂ, ਔਰ ਮੰਨ ਲਓ ਗਲਤੀ ਨਾਲ SDS ਦੇ ਵਿੱਚ ਫਾਈਲ ਲਾਉਂਦੇ, ਰਿਫਿਊਜ਼ ਹੋਏਗੀ ਕਿਉਂਕਿ ਕੰਡੀਸ਼ਨ ਨਹੀਂ ਮੀਟ ਕਰਦੀ। ਸੋ ਇਹੋ ਜਿਹੀਆਂ ਬੜੀਆਂ ਸਾਰੀਆਂ। ਔਰ ਇਸ ਦੇ ਇਲਾਵਾ ਗ੍ਰੈਜੂਏਟ ਜਿਹੜੇ ਹੈਗੇ ਨੇ, ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਹੀ ਜਾਣ, ਕਿਉਂਕਿ ਹਾਇਰ ਲੈਵਲ ਦਾ ਪ੍ਰੋਗਰਾਮ ਹੈ। ਗ੍ਰੈਜੂਏਟ ਅਗਰ ਪੋਸਟ ਸੈਕੰਡਰੀ 12ਵੀਂ ਤੋਂ ਬਾਅਦ, ਪੋਸਟ ਸੈਕੰਡਰੀ ਦਾ ਮਤਲਬ 12ਵੀਂ ਤੋਂ ਬਾਅਦ, ਜਿਨ੍ਹਾਂ ਨੇ 12ਵੀਂ ਕੀਤੀ ਉਹਨਾਂ ਨੂੰ ਜਿਹੜਾ ਪ੍ਰੋਗਰਾਮ ਦਿੱਤਾ ਜਾਂਦਾ ਉਹਨੂੰ ਪੋਸਟ ਸੈਕੰਡਰੀ ਕਹਿੰਦੇ। ਸੋ ਗ੍ਰੈਜੂਏਟ ਨੂੰ ਪੋਸਟ ਗ੍ਰੈਜੂਏਟ ਦੇ ਬਜਾਏ ਅਗਰ ਪੋਸਟ ਸੈਕੰਡਰੀ ਪ੍ਰੋਗਰਾਮ ਦਿੱਤਾ ਜਾਏਗਾ, ਸੋ ਇਹ ਹਾਇਰ ਲੈਵਲ ਦਾ ਪ੍ਰੋਗਰਾਮ ਨਹੀਂ ਕਰਨ ਜਾ ਰਿਹਾ ਸਟੂਡੈਂਟ, ਲੋਅਰ ਲੈਵਲ ਦਾ, ਆਪਣੀ ਜਿੰਨੀ ਪੜ੍ਹਾਈ ਕੀਤੀ ਹੈ ਉਸ ਤੋਂ ਵੀ ਥੱਲੇ ਦੇ ਲੈਵਲ ਦਾ ਪ੍ਰੋਗਰਾਮ ਕਰਨ ਜਾ ਰਿਹਾ, ਜਿਸ ਦੇ ਕਰਕੇ ਮੋਸਟ ਕੇਸਿਸ ਜ਼ਿਆਦਾਤਰ ਜਿਹੜੇ ਨੇ ਐਮਬੈਸੀ ਰਿਫਿਊਜ਼ ਕਰਦੀ ਹੈ। ਮੇਰੇ ਕੋਲੇ ਸੈਮੀਨਾਰ ਹੁੰਦੇ ਨੇ, ਬਹੁਤ ਸਾਰੇ ਸਟੂਡੈਂਟਸ ਇਸ ਤਰ੍ਹਾਂ ਦੀ ਰਿਫਿਊਜ਼ਲਾਂ ਲੈ ਕੇ ਆਉਂਦੇ ਨੇ, ਤੇ ਇਹ ਬੜੀ ਵੱਡੀ ਪ੍ਰੋਬਲਮ ਹੈ। ਸੋ ਇਹ ਆਫਰ ਲੈਟਰ ਦਾ ਮਸਲਾ ਨਹੀਂ, ਆਫਰ ਲੈਟਰ ਦਾ ਇਸ਼ੂ ਹੋ ਜਾਂਦੀ ਹੈ। ਔਰ ਦੇਖੋ ਅਨਫੋਰਚੂਨੇਟ ਆ, ਬੜੀ ਮਾੜੀ ਗੱਲ ਹੈ ਕਿ ਕਾਲਜਿਸ ਇਸ ਚੀਜ਼ ਨੂੰ ਨਹੀਂ ਦੇਖਦੇ। ਕਾਲਜਿਸ ਜਿਹੜੇ ਨੇ ਗ੍ਰੈਜੂਏਟ ਨੂੰ ਪੋਸਟ ਸੈਕੰਡਰੀ ਪ੍ਰੋਗਰਾਮ ਵਿੱਚ ਵੀ ਐਡਮਿਸ਼ਨ ਦੇ ਦੇਣਗੇ, ਕਿਉਂਕਿ ਉਹਨਾਂ ਨੂੰ 12ਵੀਂ ਪਾਸ ਬੱਚਾ ਚਾਹੀਦਾ। ਅਗਰ ਗ੍ਰੈਜੂਏਸ਼ਨ ਕੀਤੀ ਤਾਂ ਜ਼ਿਆਦਾ ਹੀ ਪੜ੍ਹਾਈ ਕੀਤੀ, ਘੱਟ ਤਾਂ ਨਹੀਂ ਕੀਤੀ, ਸੋ ਦੇ ਦੇਣਗੇ, ਇੱਕ ਆਫਰ ਲੈਟਰ ਦੇ ਦੇਣਗੇ, ਐਮਬੈਸੀ ਰਿਫਿਊਜ਼ ਕਰ ਦੇਗੀ। ਸੋ ਆਫਰ ਲੈਟਰ ਦਾ ਮਤਲਬ ਇਹ ਨਹੀਂ ਕਿ ਰਿਫਿਊਜ਼ ਹੋ ਗਿਆ, ਐਮਬੈਸੀ ਦੇ ਵਿੱਚ ਲੱਗੇਗਾ ਔਰ ਵੀਜ਼ਾ ਲੱਗ ਹੀ ਜਾਏਗਾ। ਆਫਰ ਲੈਟਰ ਦੀ ਕੋਈ ਗਰੰਟੀ ਨਹੀਂ। ਬੜੇ ਸਾਰੇ ਆਫਰ ਲੈਟਰ ਵਾਲੇ ਕੇਸਿਸ ਪੰਜਾਬ, ਇੰਡੀਆ ਦੇ ਵਿੱਚ 20% ਰਿਫਿਊਜ਼ਲ ਰੇਟ ਦਾ ਮਤਲਬ 1000 ਦੇ ਵਿੱਚੋਂ 200 ਜਿਹੜੇ ਕੇਸ ਰਿਫਿਊਜ਼ ਹੋਣਗੇ, ਉਸ ਦੇ ਵਿੱਚ ਵੀ ਆਫਰ ਲੈਟਰਾਂ ਸਾਰਿਆਂ 'ਚ ਲੱਗੀਆਂ ਹੋਈਆਂ, ਤਦ ਹੀ ਕੇਸ ਲੱਗਦਾ ਐਮਬੈਸੀ 'ਚ। ਲੇਕਿਨ ਜਿਹੜੀ ਆਫਰ ਲੈਟਰ ਲੈਣੀ ਆ ਅੱਗੇ, ਉਸ ਨੂੰ ਵੀ ਧਿਆਨ ਦੇਣਾ ਕਿ ਸਹੀ ਕਾਲਜ, ਸਹੀ ਕੋਰਸ ਹੋਵੇ ਤਾਂ ਕਿ ਵੀਜ਼ਾ ਦਾ ਸਕਸੈਸ ਰੇਟ ਦੀ। ਡਾਕਟਰ ਸਾਹਿਬ ਪਹਿਲਾਂ ਪੀਟੀ ਤੇ ਆਉਂਦੇ, ਜਿਹੜੀ ਪੀਟੀ ਹੈ ਉਹਨੂੰ ਮੇਰਾ ਵਰਡ ਨਹੀਂ ਹੈ, ਬੜੇ ਬੱਚੇ ਸ਼ੱਕੀ ਨਜ਼ਰਾਂ ਨਾਲ ਦੇਖਦੇ ਨੇ ਕਿ ਇਹ ਤਾਂ ਆਸਟ੍ਰੇਲੀਆ ਚੱਲਦੀ ਹੈ ਜੀ, ਕੈਨੇਡਾ ਚੱਲਦੀ ਨਹੀਂ ਜੀ, ਜਾਂ ਇਹਦੇ ਵਿੱਚ ਵਰਕ ਪਰਮਿਟ ਨਹੀਂ ਜੀ ਸਾਨੂੰ ਮਿਲਣਾ ਹੈਗਾ, ਜਾਂ ਇਹਦੇ ਵਿੱਚ ਵੀਜ਼ਾ ਦੇ ਚਾਂਸ ਘੱਟ ਨੇ। ਠੀਕ ਹੈ, ਅਛੂਤ ਕੋਡ ਵਾਂਗੂ ਥੋੜਾ ਜਿਹਾ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਅੱਛਾ ਤੂੰ ਪੀਟੀ ਕੀਤੀ, ਲੈ ਤੂੰ ਆਇਲਸ ਕਰ ਲੈਣੀ ਸੀ। ਇਸ ਤਰ੍ਹਾਂ ਦੀਆਂ ਅਕਸਰ ਧਾਰਨਾਵਾਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਚੱਲਦੀਆਂ ਰਹਿੰਦੀਆਂ। ਸੋ ਪੀਟੀ ਦੇ ਸਟੇਟਸ ਬਾਰੇ ਦੱਸੋ ਥੋੜਾ ਜਿਹਾ। ਬਿਲਕੁਲ, ਦੇਖੋ ਪੀਟੀ ਦੇ ਵਿੱਚ ਆਸਟ੍ਰੇਲੀਆ ਵਿੱਚ ਤਾਂ ਚਲੋ ਚੱਲਦੀ ਹੈ, ਕੈਨੇਡਾ ਦੇ ਵਿੱਚ ਵੀ ਚੱਲਦੀ ਹੈ। ਕਈ ਕੁਝ ਚੀਜ਼ਾਂ ਨਹੀਂ ਚੱਲਦੀਆਂ, ਜਿਸ ਤਰ੍ਹਾਂ ਡੂਲਿੰਗੋ, ਸੈਲਪਿਪ, ਇੱਕ ਇਹ ਵੀ ਅੰਗਰੇਜ਼ੀ ਦੇ ਟੈਸਟ ਨੇ, ਇਹ ਐਮਬੈਸੀ ਲੈਂਦੀ ਨਹੀਂ ਹੈਗੀ, ਲੇਕਿਨ PTE ਔਰ ਟੋਫਲ ਇਹ ਲੈ ਲੈਂਦੀ ਹੈ ਐਮਬੈਸੀ। ਕਾਲਜ ਵੀ ਜ਼ਿਆਦਾਤਰ ਲੈ ਲੈਂਦੇ ਨੇ ਐਡਮਿਸ਼ਨ ਵਾਸਤੇ। ਐਡਮਿਸ਼ਨ ਹੋ ਜਾਏਗੀ, ਐਮਬੈਸੀ 'ਚ ਫਾਈਲ ਲਾਵਾਂਗੇ, ਲੇਕਿਨ ਔਰ ਵੀਜ਼ੇ ਵੀ ਬਹੁਤਿਆਂ ਦੇ, ਕਾਫੀਆਂ ਦੇ ਆ ਜਾਂਦੇ ਨੇ। ਲੇਕਿਨ ਅਛੂਤ ਵਾਲੀ ਜਿਹੜੀ ਗੱਲ ਤੁਸੀਂ ਕੀਤੀ ਕਿ ਜੀ PT ਨੂੰ ਲੋਅਰ ਲੈਵਲ ਦਿੱਤਾ ਜਾਂਦਾ ਹੈਗਾ, ਉਹ ਬਿਲਕੁਲ ਸਹੀ ਦਿੱਤਾ ਜਾਂਦਾ ਹੈਗਾ, ਕਿਉਂਕਿ ਟੈਕਨੀਕਲ ਗੱਲ ਹੈਗੀ ਹੈ ਕਿ SDS ਜਿਹੜੀ ਕੈਟੇਗਰੀ ਹੈਗੀ ਹੈ ਉਹ ਪ੍ਰੈਫਰਡ ਕੈਟੇਗਰੀ ਹੈਗੀ ਹੈ, ਸਕਸੈਸ ਰੇਟ ਹਾਈ ਹੈਗਾ, ਹਰ ਤਰੀਕੇ ਨਾਲ ਉਸ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈਗੀ ਹੈ, ਔਰ ਉਹ ਆਈਲੈਟਸ ਜਿਹੜਾ ਜ਼ਰੂਰੀ ਹੈਗਾ SDS ਦੇ ਵਿੱਚ ਕੇਸ ਲਾਉਣ ਵਾਸਤੇ। ਅਗਰ ਕਿਸੇ ਨੇ PTE ਕੀਤੀ ਹੈ ਅਤੇ ਨੋਨ SDS ਜਾਂ ਜਿਹਨੂੰ ਕਹਿੰਦੇ ਨੇ ਜਨਰਲ ਕੈਟੇਗਰੀ ਦੇ ਵਿੱਚ ਫਾਈਲ ਲੱਗੇਗੀ, SDS ਕੈਟੇਗਰੀ 'ਚ ਨਹੀਂ ਲੱਗੇਗੀ। ਸਕਸੈਸ ਰੇਟ ਘੱਟ ਤਾਂ ਆਏਗਾ ਹੀ,
ਲੇਕਿਨ ਨਾਲ ਹੀ ਆਪਣੀ ਇਕੁਇਲੈਂਸ ਵੀ ਚੈੱਕ ਕਰ ਲੈਣੀ ਹੈ, ਕਿਉਂਕਿ ਰੀਡਿੰਗ ਰਾਈਟਿੰਗ ਲਿਸਨਿੰਗ ਸਪੀਕਿੰਗ ਜਿਹੜੇ 4 ਮੋਡਿਊਲ ਨੇ ਓਵਰਆਲ ਵੀ ਜਿਹੜੇ ਹੈਗੇ ਕਿੰਨੇ ਬੈਂਡ ਕਿੰਨੇ ਪੁਆਇੰਟਸ ਆਏ ਨੇ ਤੁਹਾਡੇ, ਉਹਨਾਂ ਦੀ ਇਕੁਇਲੈਂਸ ਜਿਹੜੀ ਆ ielts.org ਤੇ ਆਈਲੈਟਸ ਦੀ ਪੀਟੀਵੀ ਦੀ ਇਕੁਇਲੈਂਸ ਦਿੱਤੀ ਹੋਈ ਹੈਗੀ ਹੈ ਕਿ ਅਲੱਗ-ਅਲੱਗ ਜਿਹੜੇ ਮੋਡਿਊਲ ਨੇ ਉਹਨਾਂ ਦੇ ਵਿੱਚ ਕਿੰਨੇ ਪੁਆਇੰਟ ਹੋਣੇ ਚਾਹੀਦੇ ਤਾਂ ਕਿ 6 ਬੈਂਡ ਦੇ ਇਕੁਇਲੈਂਟ ਹੋ ਜਾਵੇ। ਸੋ 6 ਈਚ, ਜਿਸ ਤਰ੍ਹਾਂ ਅਸੀਂ ਅੱਗੇ ਗੱਲ ਕਰਦੇ ਹਾਂ, 6 ਈਚ ਜਿਹੜੇ ਹੋਣੇ ਜ਼ਰੂਰੀ ਹੈਗੇ ਨੇ ਔਰ ਉਸ ਦੇ ਨਾਲ ਉਨੀ ਇਕੁਇਲੈਂਸ ਹੋਣੀ ਜ਼ਰੂਰੀ ਹੈ, ਘੱਟ ਨਾ ਹੋਣ ਪੀਟੀ ਦੇ ਪੁਆਇੰਟ। ਉਸ ਦੇ ਬਾਵਜੂਦ ਵੀ ਪੀਟੀ ਦੇ ਸਕਸੈਸ ਰੇਟ ਜਿਹੜਾ ਘੱਟ ਜਾਂਦਾ ਹੈਗਾ ਆਈਲੈਟਸ ਦੇ ਮੁਕਾਬਲੇ। ਜਿਨ੍ਹਾਂ ਨੇ ਨਹੀਂ ਕੀਤਾ, ਮੇਰੇ ਇੱਕ ਨੋਨ ਨੇ ਖਾਸ ਉਹਨਾਂ ਦਾ ਫੋਨ ਆਇਆ, ਕਹਿੰਦੇ ਜੀ ਮੈਂ ਪੀਟੀ ਆਈਲੈਟਸ ਹਫ਼ਤਾ ਤੱਕ ਲਾਇਆ, ਫਿਰ ਪੀਟੀ ਲਾਈ, ਉਹ ਸੌਖੀ ਲੱਗੀ, ਮੈਂ ਪੀਟੀ ਕਰਨ ਲੱਗਾ। ਅਤੇ ਉਹਨੂੰ ਮੈਂ ਸਮਝਾਇਆ ਇਹ ਗੱਲ ਕਿ ਵੀ ਤੇਰੀ ਇੰਗਲਿਸ਼ ਚੰਗੀ ਹੈਗੀ ਹੈ, ਆਈਲੈਟਸ ਹੀ ਦੇਣੀ ਹੈ ਕਿਉਂਕਿ ਉਹ ਪ੍ਰੈਫਰਡ ਹੈਗੀ ਹੈ। ਸੋ ਉਹਨੇ ਆਈਲੈਟਸ ਕਰਦਾ ਪਿਆ ਹੈਗਾ, ਲੇਕਿਨ ਜਿਨ੍ਹਾਂ ਨੇ ਨਹੀਂ ਕੀਤੀ ਆਈਲੈਟਸ ਕਰਨ। ਔਰ ਅਗਰ 2-3-4 ਵਾਰ ਦੇਤੀ ਆਈਲੈਟਸ ਕੋਈ ਪ੍ਰੋਬਲਮ ਆ ਰਹੀ ਹੈ, ਪੀਟੀ ਜਨਰਲੀ ਬਹੁਤ ਜ਼ਿਆਦਾ ਤੁਹਾਨੂੰ ਕੰਫਰਟੇਬਲ ਹੈਗੇ ਹੋ ਤਾਂ ਪੀਟੀ ਦੇ ਲਓ, ਲੇਕਿਨ ਆਈਲੈਟਸ ਦੀ ਕੋਸ਼ਿਸ਼ ਕਰੋ। ਡਾਕਟਰ ਸਾਹਿਬ ਲਾਸਟ ਕੁਐਸਚਨ ਹੈ ਜੀ, ਇੱਕ ਤਾਂ ਅੱਜ ਤੁਹਾਡਾ ਸੈਮੀਨਾਰ ਹੋ ਕੇ ਹਟਿਆ, ਬਿਲਕੁਲ ਥੋੜ੍ਹਾ ਜਿਹਾ ਤਜਰਬਾ ਸਾਂਝਾ ਕਰੋ ਕਿ ਕੀ ਚੈਲੰਜਸ ਨੇ ਵਿਦਿਆਰਥੀਆਂ ਲਈ ਕੈਨੇਡਾ ਜਾਣ ਵੇਲੇ। ਦੂਸਰਾ 7 ਨੂੰ ਮੇਰੇ ਖਿਆਲ ਤੁਸੀਂ ਬਰਨਾਲਾ ਕਰ ਰਹੇ ਹੋ, ਬਿਲਕੁਲ ਕੱਲ੍ਹ ਨੂੰ 8 ਨੂੰ ਬਠਿੰਡਾ, ਪਰਸੋਂ ਨੂੰ, ਤੇ ਇੱਕ ਦਿਨ ਦੀ ਛੁੱਟੀ ਹੈ ਵਿੱਚ, ਤੇ 10 ਨੂੰ ਚੰਡੀਗੜ੍ਹ, ਜਿਹਦੇ ਵਿੱਚ ਵੱਖ-ਵੱਖ ਕਾਲਜਸ ਆ ਰਹੇ ਨੇ। ਪਹਿਲਾਂ ਤਾਂ ਤੁਹਾਡਾ ਤਜਰਬਾ ਸਾਂਝਾ ਕਰੋ। ਬਿਲਕੁਲ, ਦੇਖੋ ਤਜਰਬੇ 'ਚ ਉਹੀ ਹੁੰਦਾ ਕਿ 10 'ਚੋਂ 5-6 ਜਿਹੜੇ ਕਲਾਇੰਟਸ ਇਸ ਤਰ੍ਹਾਂ ਦੇ ਆਉਂਦੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਗਲਤੀ ਹੁੰਦੀ ਹੈ, ਕਿਉਂਕਿ ਦੇਖੋ ਉਹੀ ਮੈਂ ਜਿਸ ਤਰ੍ਹਾਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਬੜੇ ਸਾਰੇ ਲੋਕ ਇਹ ਸੋਚ ਕੇ ਦੁਕਾਨਦਾਰੀ ਜਾਂ ਕੰਮ ਸ਼ੁਰੂ ਕਰ ਦਿੰਦੇ ਵੀ ਹੁਣ ਪੈਸੇ ਕਮਾਵਾਂਗੇ। ਇਹ ਫੀਲਡ ਜਿਹੜਾ ਹੈ ਫਿਰ ਉਹ ਕਈ ਗਲਤ ਤਰੀਕੇ ਨਾਲ, ਕਈ ਸਹੀ ਤਰੀਕੇ ਨਾਲ ਵੀ ਕਰਦੇ ਹੋਣਗੇ, ਲੇਕਿਨ ਆਪਾਂ ਸੋਚਦੇ ਹਾਂ, ਚਾਹੁੰਦੇ ਹੈਗੇ ਹਾਂ, ਮਨ ਕਰਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਵਕੀਲ, ਇਸ ਤਰ੍ਹਾਂ ਦਾ ਇਮੀਗ੍ਰੇਸ਼ਨ ਕੰਸਲਟੈਂਟ, ਐਜੂਕੇਸ਼ਨ ਕੰਸਲਟੈਂਟ ਹੋਵੇ, ਪ੍ਰੋਫੈਸ਼ਨਲ, ਐਥੀਕਲ, ਠੋਕ ਕੇ ਕੰਮ ਕਰਨ ਵਾਲਾ, ਜੈਨੂਅਨ, ਜਿਹੜਾ ਕਿ ਹੁੰਦਾ ਤੇ ਕਵੇ ਕਿ ਹੋ ਜਾਊਗਾ, ਨਹੀਂ ਹੋਣ ਵਾਲਾ ਕੰਮ ਤੇ ਨਹੀਂ ਹੋਊਗਾ। ਹਾਲਾਂਕਿ ਗਾਰੰਟੀ ਤਾਂ ਨਹੀਂ ਹੁੰਦੀ ਵੀਜ਼ੇ ਦੀ। ਚੈਲੰਜਿਸ ਜਿਹੜੀ ਤੁਸੀਂ ਗੱਲ ਪੁੱਛੀ ਸੀ ਉਸ ਦੇ ਵਿੱਚ ਇਹ ਇੱਕ ਤਾਂ 5.5 ਬੈਂਡ ਦਾ ਜਿਹੜਾ ਹੈਗਾ ਉਹ ਬੱਚਿਆਂ ਨੂੰ ਦਿੱਕਤ ਆਉਂਦੀ ਹੈਗੀ ਹੈ। ਦੁਬਾਰਾ ਅਪਲਾਈ ਕਰਨਾ, ਮੈਂ ਜਿੰਨੇ ਵੀ ਆਉਂਦੇ ਨੇ, ਇੱਕ ਤਾਂ ਜਿਹੜਾ ਇਹ ਠੱਗੀਆਂ ਤੋਂ ਬਚਣਾ ਹੈ ਔਰ ਰੂਲਸ ਰੈਗੂਲੇਸ਼ਨਸ ਦਾ ਧਿਆਨ ਦੇਣਾ ਹੈ। ਗ੍ਰੈਜੂਏਟਸ ਬੱਚੇ ਪੋਸਟ ਗ੍ਰੈਜੂਏਟ ਵਿੱਚ ਹੀ ਜਾਣ, ਪੋਸਟ ਸੈਕੰਡਰੀ ਵਿੱਚ ਹੀ ਨਾ ਜਾਣ। 1 ਸਾਲ ਦੀ ਫੀਸ SDS ਕੈਟੇਗਰੀ ਦੇ ਵਿੱਚ ਭਰਨੀ ਹੈ। ਰੂਲ ਰੈਗੂਲੇਸ਼ਨ ਦੇ ਵਿੱਚ ਜਿਹੜੇ ਕਾਨੂੰਨ ਦੇ ਆਧਾਰ 'ਤੇ ਜਿਹੜੀ ਪਾਲਿਸੀਜ਼ ਬਣੀਆਂ ਹੋਈਆਂ ਨੇ ਉਸ ਦੇ ਵਿੱਚ ਚੈੱਕਲਿਸਟ ਕੈਨੇਡਾ ਐਮਬੈਸੀ ਦੀ ਵੈਬਸਾਈਟ 'ਤੇ ਵੀ ਦਿੱਤੀ ਹੋਈ ਹੈ। ਸਟੂਡੈਂਟ ਵੀ ਕੱਢ ਸਕਦੇ ਆ ਗੂਗਲ ਤੋਂ ਜਿਹੜਾ ਟਾਈਪ ਕਰਕੇ, ਔਰ ਸਾਡੇ ਆਫਿਸ ਤੋਂ ਵੀ ਲੈ ਸਕਦੇ ਨੇ। ਸੋ ਇਹ ਜਿਹੜੇ ਚੈਲੰਜਿਸ ਜੇ ਕੋਈ ਆਉਂਦੇ ਨੇ 5.5 ਕਿਸੇ ਦੇ ਹੈਗੇ ਨੇ ਅਤੇ ਉਹ ਦੁਬਾਰਾ ਦੇ ਲੈਣ, ਜਾਂ ਰਾਈਟਿੰਗ ਅਤੇ ਸਪੀਕਿੰਗ 'ਚ 5.5 ਨੇ ਉਹ ਰੀਵੈਲਿਊਸ਼ਨ ਇੱਕ ਦੇ ਵਿੱਚ ਅਗਰ 5.5 ਨੇ ਰੀਵੈਲਿਊਸ਼ਨ ਭਰ ਦੇਣ। ਆਈਲੈਟਸ ਜਨਰਲ ਵੀ ਕਰ ਸਕਦੇ ਨੇ, ਜਿਹੜੀ ਤੁਹਾਡੀ ਇੱਕ ਮੋਡਿਊਲ ਵਿੱਚ ਅਕੈਡਮਿਕ ਦੇ ਵਿੱਚ ਹੋਏਗੀ ਉਸ ਨੂੰ ਅਸੀਂ ਕਾਲਜ ਤੋਂ ਐਡਮਿਸ਼ਨ ਵਾਸਤੇ ਯੂਜ਼ ਕਰ ਲਾਂਗੇ। ਆਈਲੈਟਸ ਜਨਰਲ ਐਮਬੈਸੀ ਐਕਸੈਪਟ ਕਰਦੀ ਹੈ, ਉਸ ਨੂੰ ਵੀ ਕਰ ਲਾਂਗੇ। ਔਰ ਬੜੇ ਸਾਰੇ ਲੋਕ ਬੜੀ ਠੱਗੀਆਂ ਮਰਵਾ ਕੇ ਮੇਰੇ ਕੋਲ ਆਉਂਦੇ ਨੇ ਔਰ ਬੜੇ ਪੈਸੇ ਪੂਸੇ ਵਿਚਾਰੇ ਨੇ ਬੜੇ ਔਖੇ ਇਕੱਠੇ ਕੀਤੇ ਹੁੰਦੇ ਨੇ ਔਰ ਉਹ ਮਰ ਜਾਂਦੇ ਨੇ, ਪਰੇਸ਼ਾਨੀ ਹੁੰਦੀ ਹੈ। ਆਪ ਪਹਿਲਾਂ ਹੀ ਧਿਆਨ ਰੱਖੋ ਕਿ ਉਹ ਤਾਂ ਮੇਰੇ ਕੋਲ ਜਦੋਂ ਆਉਂਦੇ ਨੇ ਜ਼ਿਆਦਾਤਰ ਬਾਅਦ ਦੇ ਵਿੱਚ ਆਉਂਦੇ ਨੇ, ਲੇਕਿਨ ਇੱਥੇ ਬੈਠ ਕੇ ਸਾਡਾ ਖਾਸ ਤੌਰ 'ਤੇ ਫਰਜ਼ ਕਿ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਿ ਇਹ ਅੱਗੇ ਅਲੱਗ-ਅਲੱਗ ਸੈਸ਼ਨਸ, ਅਲੱਗ-ਅਲੱਗ TV ਇੰਟਰਵਿਊ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਗੱਲਾਂ ਦੇ ਉੱਪਰ ਅਸੀਂ ਡਿਸਕਸ਼ਨਸ ਕਰਦੇ ਹੈਗੇ ਹਾਂ। ਇੱਕ ਵਿੱਚ ਟਾਈਮ ਨਹੀਂ ਮਿਲਦਾ ਸਾਰੀਆਂ ਗੱਲਾਂ ਕਰਨ ਦਾ। ਸਾਡਾ ਜਿਹੜਾ pioneerimmigration.com ਵੈਬਸਾਈਟ, ਫੇਸਬੁੱਕ ਪੇਜ, ਇੰਸਟਾਗ੍ਰਾਮ, YouTube ਚੈਨਲ, ਇਹ ਸਾਰੀਆਂ ਗੱਲਾਂ ਅਲੱਗ-ਅਲੱਗ ਜਿਹੜੇ TV ਇੰਟਰਵਿਊਜ਼ 'ਤੇ ਸੰਧੂ ਸਾਹਿਬ ਨਾਲ ਹੁੰਦੀਆਂ ਰਹਿੰਦੀਆਂ ਨੇ, ਅਪਲੋਡ ਕਰਦੇ ਹਾਂ ਅਸੀਂ। ਇਹਨਾਂ ਦੇ ਜਿਹੜੇ ਚੜ੍ਹਦੀ ਕਲਾ ਟਾਈਮ TV ਦਾ ਜਿਹੜਾ ਦੇਸ਼ ਪ੍ਰਦੇਸ਼ 'ਤੇ ਵੀ ਇਹਨਾਂ ਦੇ ਫੇਸਬੁੱਕ ਪੇਜ 'ਤੇ ਅਪਲੋਡ ਹੁੰਦੀ ਹੈ। ਉੱਥੇ ਜਾ ਕੇ ਤੁਸੀਂ ਅਲੱਗ-ਅਲੱਗ ਜਿਹੜੇ ਦੇਖੋਗੇ ਸਾਡੇ ਸੈਸ਼ਨਸ, ਉਸ ਦੇ ਵਿੱਚ ਗਾਈਡੈਂਸ ਲੈ ਕੇ ਖਿਆਲ ਰੱਖੋ ਜੀ। ਥੈਂਕ ਯੂ ਡਾਕਟਰ ਸਾਹਿਬ, ਸ਼ੁਕਰੀਆ। ਦਰਸ਼ਕਾਂ ਦਾ ਵੀ ਧੰਨਵਾਦ ਔਰ ਵਿਸ਼ੇਸ਼ ਤੌਰ 'ਤੇ ਜਿਹੜੇ ਵਿਦਿਆਰਥੀਆਂ ਦੇ ਵੀਜ਼ਾ ਲਈ ਮੁਬਾਰਕਬਾਦ। ਸੈਮੀਨਾਰ ਚੱਲ ਰਹੇ ਨੇ ਜੀ ਕੱਲ੍ਹ ਪਰਸੋਂ, ਔਰ ਇੱਕ ਦਿਨ ਛੁੱਟੀ ਹੈਗੀ ਹੈ। ਇਹਨਾਂ ਦੇ ਵਿੱਚ ਤੁਸੀਂ ਆਪਣਾ ਪਾਰਟਿਸਿਪੇਟ ਕਰ ਸਕਦੇ ਹੋ ਵਿਦ ਡਾਕੂਮੈਂਟਸ। ਸ਼ੋ ਇੱਥੇ ਖਤਮ ਕਰਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ।